ਅੱਖ ਦਾ ਤਜਰਬਾ ਇੱਲ ਨਾਲ ਦਾ, ਚੋਬਰ ਫੱਟੇ 'ਚ ਕੱਢੇ ਕਿੱਲ ਨਾਲ ਦਾ। ਸੋ ਮੇਰੀ ਕਿਉਰਿਓਸਿਟੀ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਇਹਦਾ ਕੀ ਮਤਲਬ ਆ। ਉਹਨਾਂ ਨੇ ਮੈਨੂੰ ਆਡੀਓ ਨੋਟ ਭੇਜਿਆ। ਇਹ ਤੋਂ ਲੱਗਦਾ ਮਤਲਬ ਇਹ ਹੈ ਵੀ ਕਹਿੰਦਾ ਅੱਖ ਦਾ ਤਜਰਬਾ ਇੱਲ ਨਾਲ ਦਾ। ਇੱਲ ਨਹੀਂ ਹੁੰਦੀ ਬਈ ਜਿਵੇਂ ਇੱਲ ਬਾਜ ਦੀ ਨਿਗਾਹ ਹੁੰਦੀ ਹੈ, ਵੀ ਅੱਖ ਦਾ ਤਜਰਬਾ ਇੱਲ ਨਾਲ ਦਾ ਹੀ ਬੰਦੇ ਨੂੰ ਪਛਾਣ ਲੈਂਦਾ। ਕਹਿੰਦਾ ਚੋਬਰ ਫੱਟੇ 'ਚ ਕੱਢੇ ਕਿੱਲ ਨਾਲ ਦਾ, ਵੀ ਜਿਵੇਂ ਕਿੱਲ ਨਹੀਂ ਕੱਢ ਦਿੰਦੇ ਹੁੰਦੇ, ਵੀ ਇੱਥੇ ਖੜਾ ਤਾਂ ਉੱਥੇ ਅੜ ਗਿਆ ਬਸ, ਨਹੀਂ ਪੱਟਿਆ ਨਹੀਂ ਜਾਂਦਾ ਮੁੜ ਕੇ, ਫਿਰ ਤਾਂ ਮਾਰਦਾ ਹੀ ਪੈਂਦਾ। ਇੱਕ ਪਾਸੇ ਤਾਂ ਬੜੇ ਤੋਂ ਬੜਾ ਸਟਾਰ, ਚਾਹੇ ਉਹ ਬਾਲੀਵੁੱਡ ਦਾ ਰਣਵੀਰ ਸਿੰਘ ਆ ਜਾਂ ਹਾਲੀਵੁੱਡ ਦਾ ਡਰੇਕ ਆ, ਉਹ ਸ਼ਰਧਾਂਜਲੀਆਂ ਦੇ ਰਿਹਾ, ਤੇ ਦੂਜੇ ਪਾਸੇ ਇੱਕ ਪਾਗਲ ਡੰਗਰ ਡਾਕਟਰ ਕਿਤੇ ਵੀ ਆਪਣੀ ਗੱਡੀ ਲਾ ਕੇ ਬਕਵਾਸ ਕਰਨੀ ਸ਼ੁਰੂ ਕਰ ਦਿੰਦਾ। ਤੋਂ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਕਿਸੇ ਪਾਗਲਖਾਨੇ 'ਚ ਭਰਤੀ ਕਰਾਇਆ ਜਾਵੇ। ਇਸ ਤੋਂ ਪਹਿਲਾਂ ਕੋਈ ਇਹਦੀਆਂ ਲੱਤਾਂ ਤੋੜ ਕੇ ਇਹਨੂੰ ਘਰੇ ਪਹੁੰਚਾ ਦੇਵੇ, ਤੇ ਫਿਰ ਮੁੜ ਕੇ ਤੁਸੀਂ ਲੱਭਦੇ ਫਿਰੋਗੇ ਤੇ ਪਰਚੇ ਦਿੰਦੇ ਫਿਰੋਗੇ। ਸੋ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ। ਕਿ ਯਾਰ ਭੇਜੀ ਕਿਉਂ ਨਹੀਂ ਜੈਕਟ? ਭੇਜ ਦੇਣੀ ਚਾਹੀਦੀ ਸੀਗੀ, ਜਾਨ ਬਚ ਜਾਂਦੀ। ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਵੈਸੇ ਗਲੌਕ ਕੰਪਨੀ ਦਾ ਦੇਖ ਸਕਦੇ ਹੋ। ਹਮੇਸ਼ਾ ਬਾਈ ਜੀ ਜਿਹੜਾ ਸ਼ਸਤਰ ਆ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੀਦਾ। ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਸਰਕਾਰ ਨੂੰ ਕਿ ਮੂਸੇਵਾਲਾ ਸਾਹਿਬ ਦੇ ਫਾਦਰ ਦੀ ਸਿਕਿਉਰਿਟੀ ਡਬਲ ਕੀਤੀ ਜਾਵੇ, ਕਿਉਂਕਿ ਉਹ ਬੜੇ ਬੇਵਕਤੀ ਨਾਲ ਇਹ ਗੈਂਗਸਟਰਸ ਦੇ ਖਿਲਾਫ ਬੋਲ ਰਹੇ ਨੇ। ਇਸ ਸਮੇਂ ਅਗਰ ਕੋਈ ਗੈਂਗਸਟਰਸ ਲਈ ਮੇਨ ਰੋੜਾ ਬਣਿਆ ਹੋਇਆ ਤਾਂ ਉਹ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਬਲਕੌਰ ਸਿੰਘ ਸਿੱਧੂ ਜੀ ਬਣੇ ਹੋਏ ਨੇ। ਮੇਰੀ ਸਰਕਾਰ ਨੂੰ ਰਾਏ ਹੈ ਕਿ ਇਹਨਾਂ ਨੂੰ 4th ਕਮਾਂਡੋ 'ਚੋਂ 15 ਬੰਦੇ ਇਸ਼ੂ ਕੀਤੇ ਜਾਣ ਤੇ 47 ਦੀ ਜਗ੍ਹਾ X95 ਇਸ਼ੂ ਕੀਤੀਆਂ ਜਾਣ, ਕਿਉਂਕਿ ਉਹ ਸਮੌਲ ਨੇ ਤੇ ਗੱਡੀ 'ਚ ਮਨੂਵਰ ਕਰ ਸਕਦੇ ਨੇ। ਇਹ ਆਇਆ ਜੀ, ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਕੋਲ ਅਗਰ ਕੋਈ ਸਾਰਿਆਂ ਨੂੰ ਬੈਸਟ ਵੈਪਨ ਆ ਤਾਂ ਉਹ IWI ਕੰਪਨੀ ਦਾ X95 ਆ, ਇੱਕ ਬੁਲਪਅਪ ਵਰਜਨ ਆ। ਇਹਦੀ ਜਿਹੜੀ ਮੈਗਜ਼ੀਨ ਆ ਉਹ ਟ੍ਰਿਗਰ ਦੇ ਪਿੱਛੇ ਪੈਂਦੀ ਹੈ। ਜ਼ਿਆਦਾਤਰ ਮੈਂ ਇਹ ਪੰਜਾਬ ਪੁਲਿਸ ਦੇ ਕਮਾਂਡੋਸ ਤੋਂ ਦੇਖੇ, ਜਿਵੇਂ 4th ਬਟਾਲੀਅਨ ਕੋਲ ਆ, 13 ਕੋਲ ਆ, CM ਸਿਕਿਉਰਿਟੀ 'ਚ। ਇਹਦੀ ਖਾਸੀਅਤ ਇਹ ਕਿ ਵੈਪਨ ਛੋਟਾ ਤੇ ਇਹਨੂੰ ਅਗਰ ਤੁਸੀਂ ਗੱਡੀ 'ਚ ਬੈਠੇ ਹੋ, ਇਹਦੀ ਛੋਟਾ ਹੋਣ ਕਰਕੇ ਇਹਨੂੰ ਮਨੂਵਰ ਕਰਨਾ ਸੌਖਾ ਤੇ ਫਾਇਰ ਰਿਟਰਨ ਕਰਨੀ ਸੌਖੀ ਹੈ। ਜਿਹੜੀਆਂ 47 ਤੁਸੀਂ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਕੋਲ ਦੇਖ ਰਹੇ ਹੋ, ਅੰਡਰ ਨੂੰ ਬੱਟ ਫੋਲਡ ਹੁੰਦੇ ਨੇ। ਅਗਰ ਮੇਰੀ ਕੋਈ ਵੀ ਬੰਦਾ ਇਹ ਗੱਲ ਸੁਣ ਰਿਹਾ ਜਿਹਦੇ ਕੋਲ ਸਿਕਿਉਰਿਟੀ ਆ 47 ਆਪਣੀਆਂ, ਕਿਰਪਾ ਕਰਕੇ ਵਾਪਸ ਕਰੋ। ਅਗਰ ਸਿਕਿਉਰਿਟੀ ਲਈ ਤੁਸੀਂ ਸੀਰੀਅਸ ਹੋ ਤਾਂ X95 ਰੱਖੋ। ਇੱਕ ਵਾਰ ਉਹਨਾਂ ਨੇ ਮੈਨੂੰ ਇੱਕ ਵੀਡੀਓ ਸੈਂਡ ਕੀਤੀ ਜੋ ਕਿ ਇਜ਼ਰਾਈਲ ਦੀ ਬਣੀ ਹੋਈ IWI ਗਲਿਲ ARM ਦੀ ਸੀਗੀ, ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੀ ਤੁਹਾਡੇ ਕੋਲ ਇਹ ਹੈ। ਸੋ ਕੁਦਰਤੀਓ ਮੇਰੇ ਕੋਲ ਬ੍ਰੈਂਡ ਨਿਊ ਪਲਾਸਟਿਕ ਦੇ ਰੈਪ 'ਚ ਰੈਪਡ ਹੋਈ ਪਈ ਆ। ਸੋ ਜਦ ਮੈਂ ਮੂਸੇਵਾਲਾ ਸਾਹਿਬ ਨੂੰ ਦੱਸਿਆ ਕਿ ਸਾਡੇ ਕੋਲ ਹੈਗੇ, ਉਹ ਬੜੇ ਖੁਸ਼ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਬਹੁਤ ਪਸੰਦ ਆ, ਇਹਨੂੰ ਅਸੀਂ ਓਪਨ ਨਹੀਂ ਕਰਾਂਗੇ, ਜਦ ਤੁਸੀਂ ਆਓਗੇ ਆਪਾਂ ਜਦੇ ਓਪਨ ਕਰਾਂਗੇ। ਹੁਣ ਚਲੋ ਮੂਸੇਵਾਲਾ ਸਾਹਿਬ ਨਹੀਂ ਰਹੇ, ਮੈਂ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਦ ਵੀ ਉਹ US ਆਉਂਦੇ ਨੇ, ਉਹ ਥੋੜਾ ਸਮਾਂ ਕੱਢ ਕੇ ਸਾਡੇ ਕੋਲ ਆਉਣ ਤੇ ਇਸ ਰੈਪ ਦੀ ਉਹ ਰੀਬਨ ਕਟਾਈ ਕਰਨ। ਤੇ ਅਗਰ ਕਿਤੇ ਮੂਸੇਵਾਲਾ ਸਾਹਿਬ ਦੇਖਦੇ ਹੋਣਗੇ ਤਾਂ ਉਹ ਵੀ ਬੜੇ ਖੁਸ਼ ਹੋਣਗੇ, ਕਿਉਂਕਿ ਮੂਸੇਵਾਲਾ ਸਾਹਿਬ ਨੂੰ ਹਥਿਆਰਾਂ ਦਾ ਬੜਾ ਸ਼ੌਂਕ ਸੀ। ਲੰਕੇਸ਼, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਅੰਡਰਬੈਲ ਗ੍ਰੇਨੇਡ ਲਾਂਚਰ ਆ, ਤੁਸੀਂ ਇਹਨੂੰ ਹਰ ਵੈਦਰ ਕੰਡੀਸ਼ਨ 'ਚ ਯੂਜ਼ ਕਰ ਸਕਦੇ ਹੋ। ਇਹ ਕਿਸੇ ਵੀ AK ਸੀਰੀਜ਼ ਰਾਈਫਲ ਤੇ ਬਿਨਾਂ ਕਿਸੇ ਮੋਡੀਫਿਕੇਸ਼ਨ ਤੋਂ ਅਟੈਚ ਹੋ ਜਾਂਦਾ। ਇਹਦੇ ਨਾਲ ਤੁਸੀਂ ਜਿਹੜਾ ਗ੍ਰੇਨੇਡ ਆ ਉਹ 400 ਮੀਟਰ ਦੀ ਦੂਰੀ ਤੱਕ ਸਿੱਟ ਸਕਦੇ ਹੋ। ਤੇ ਇਹਦੀ ਖਾਸੀਅਤ ਇਹ ਹੈ ਕਿ ਅਗਰ ਇਹ ਟਾਰਗੇਟ ਦੇ ਵੱਜਣ ਤੇ ਐਕਸਪਲੋਡ ਨਾ ਹੋਵੇ ਤਾਂ ਇਹਦੇ 'ਚ ਇੱਕ ਆਟੋ ਡਿਸਟਰੈਕਟ ਮੈਕੈਨਿਜ਼ਮ ਆ ਜੋ 15 ਤੋਂ 20 ਸੈਕਿੰਡ ਦੇ ਅੰਦਰ ਐਕਸਪਲੋਡ ਹੋ ਜਾਂਦਾ। ਕਿਸ ਤਰੀਕੇ ਦੀ ਉਹ ਨੌਲੇਜ ਜਾਂ ਕਿਸ ਤਰੀਕੇ ਦੀ ਇਨਫੋਰਮੇਸ਼ਨ ਹਥਿਆਰਾਂ ਨੂੰ ਲੈ ਕੇ ਮੂਸੇਵਾਲਾ ਸਾਹਿਬ ਤੁਹਾਡੇ ਕੋਲੋਂ ਰੱਖਦੇ ਸੀ? किसी शायर ने लिखा है कि दुनिया समझ रही थी कि राख हो चुके हैं, ये कैसी हवा चला दी कि दहकने लगे हम। यही मामला सिद्धू मूसेवाले ਦਾ ਹੈ, ਲੇਕਿਨ ਅਫਸੋਸ ਵੀ ਨਾਲ ਤੁਰਦੇ ਹੈ। ਜਦੋਂ ਸਿੱਧੂ ਦੇ ਪਿਤਾ ਨੂੰ ਸੁਣਦੇ ਆ ਤਾਂ ਇੰਜ ਲੱਗਦਾ ਹੈ ਕਿ ਵਾਕਈ ਪੰਜਾਬ ਦੇ ਜੋ ਹਾਲਾਤ ਨੇ ਉਹ ਇਸ ਕਦਰ ਨਾਗਵਾਰ ਹੋ ਚੁੱਕੇ ਹੈ ਕਿ ਘਰ ਘਰ ਦੇ ਵਿੱਚ ਬੈਠੇ ਬਾਸ਼ਿੰਦਿਆਂ ਦੇ ਦਿਲਾਂ ਦੇ ਵਿੱਚ ਖੌਫ ਪਨਪਦਾ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਸ ਵਾਰ ਹਥਿਆਰਾਂ ਦੀ ਗੱਲ ਕੀਤੀ ਔਰ ਪੁਆਇੰਟ ਬਹੁਤ ਐਕਿਊਰੇਟ ਹੈ। ਇੰਨੇ ਮਹਿੰਗੇ ਹਥਿਆਰ, ਇੰਪੋਰਟਡ ਹਥਿਆਰ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਆਉਂਦੇ ਨੇ ਔਰ ਭਾਰਤ ਤੋਂ ਹੁੰਦਿਆਂ ਪੰਜਾਬ ਦੀ ਸਰਹੱਦ ਦੇ ਵਿੱਚ ਉਹ ਐਂਟਰ ਹੋ ਜਾਂਦੇ ਨੇ। ਉਹ ਹਥਿਆਰ ਕਿਹੜੇ ਨੇ, ਉਹਨਾਂ ਹਥਿਆਰਾਂ ਦੀ ਡਿਟੇਲਸ ਕੀ ਹੈਗੀਆਂ ਨੇ, ਉਹ ਹਥਿਆਰ ਕੰਮ ਕਿਸ ਤਰੀਕੇ ਦੇ ਨਾਲ ਕਰਦੇ ਨੇ ਔਰ ਕਿੰਨੇ ਕੁ ਜ਼ਿਆਦਾ ਜਾਨਲੇਵਾ ਹੁੰਦੇ ਨੇ ਹਥਿਆਰ। ਇਸ ਗੱਲ ਦੇ ਉੱਤੇ ਚਰਚਾ ਕਰਨੀ ਹੈ ਔਰ ਮੇਰੇ ਨਾਲ
ਵਿੱਕੀ ਮਾਨ ਜੁੜ ਚੁੱਕੇ ਨੇ। ਇਹਨਾਂ ਦੇ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ ਔਰ ਸਿੱਧੂ ਦੇ ਨਾਲ ਬਹੁਤ ਕਲੋਜ਼ਲੀ ਐਸੋਸੀਏਟਿਡ ਸੀਗੇ, ਇੱਥੋਂ ਤੱਕ ਕਿ ਸਿੱਧੂ ਮੂਸੇਵਾਲਾ ਜਿਸ ਕਿਸੇ ਵੀ ਹਥਿਆਰ ਦੀ ਕੋਈ ਵੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਨਾਂ ਦੀ ਪਹਿਲੀ ਜੋ ਚੋਇਸ ਹੁੰਦੀ ਸੀਗੀ ਉਹ ਵਿੱਕੀ ਮਾਨ ਹੁੰਦੇ ਸੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ। ਥੈਂਕ ਯੂ ਲੰਕੇਸ਼ ਜੀ, ਥੈਂਕ ਯੂ ਜੀ। ਮੈਂ ਜਦੋਂ ਕੱਲ ਸਿੱਧੂ ਦੇ ਪਿਤਾ ਦੀ ਵੀਡੀਓ ਸੁਣਦਾ ਪਿਆ ਸੀਗਾ ਤੇ ਉਹਨਾਂ ਨੇ ਹਥਿਆਰਾਂ ਬਾਰੇ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਕਿਹੜਾ ਹਥਿਆਰ, ਕਿੰਨੇ ਲੱਖ ਰੁਪਏ ਦਾ ਹਥਿਆਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਉਹ ਐਂਟਰ ਹੁੰਦਾ ਹੈਗਾ। ਇਹਨਾਂ ਹਥਿਆਰਾਂ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਵਿੱਕੀ ਜੀ, ਔਰ ਜੋ ਹਥਿਆਰ ਸਿੱਧੂ ਦੇ ਕਤਲ ਦੇ ਲਈ ਵਰਤੇ ਗਏ ਔਰ ਦਿੱਲੀ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਉਹ ਹਥਿਆਰ ਰਿਕਵਰ ਕੀਤੇ ਹੈ, ਇਹ ਹਥਿਆਰ ਹੈ ਕੀ ਹੈ? ਸੋ ਪਹਿਲਾਂ ਤਾਂ ਮੈਂ ਦਿੱਲੀ ਸਪੈਸ਼ਲ ਸੈੱਲ ਦੇ ਕਮਿਸ਼ਨਰ HGS ਧਾਲੀਵਾਲ ਦਾ ਹੌਸਲਾ ਅਫਜ਼ਾਈ ਕਰਨਾ ਚਾਹਾਂਗਾ। ਜਿਸ ਹਿਸਾਬ ਨਾਲ ਉਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਇੰਨੀ ਸਪੀਡ ਨਾਲ ਬੰਦੇ ਫੜੇ ਤੇ ਫੈਕਟਸ ਰਿਕਵਰ ਕੀਤੇ ਤੇ ਇੱਕ ਬਿਗ ਇੰਪੈਕਟ ਪਾਇਆ। ਸੋ ਜਿਵੇਂ ਕਿ ਦਿੱਲੀ ਸਪੈਸ਼ਲ ਸੈੱਲ ਨੇ ਦੱਸਿਆ ਕਿ ਇਹ ਗੈਂਗਸਟਰਸ ਕੋਲੋਂ ਇੱਕ ਰਸ਼ੀਅਨ GP25 ਅੰਡਰ ਬੈਰਲ ਗ੍ਰੇਨੇਡ ਲਾਂਚਰ ਫੜਿਆ ਗਿਆ, ਜੋ ਕਿ ਇੱਕ ਡੇਂਜਰਸ ਵੈਪਨ ਆ ਤੇ ਜਿਸ ਵਿੱਚ 40 mm ਦਾ ਇੱਕ ਹਾਈ ਐਕਸਪਲੋਸਿਵ ਗ੍ਰੇਨੇਡ ਪੈ ਜਾਂਦਾ। ਸੋ ਲੰਕੇਸ਼ ਜੀ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਅੰਡਰ ਬੈਰਲ ਗ੍ਰੇਨੇਡ ਲਾਂਚਰ ਆ, ਤੁਸੀਂ ਇਹਨੂੰ ਹਰ ਵੈਦਰ ਕੰਡੀਸ਼ਨ 'ਚ ਯੂਜ਼ ਕਰ ਸਕਦੇ ਹੋ। ਇਹ ਕਿਸੇ ਵੀ AK ਸੀਰੀਜ਼ ਰਾਈਫਲ ਤੇ ਬਿਨਾਂ ਕਿਸੇ ਮੋਡੀਫਿਕੇਸ਼ਨ ਤੋਂ ਅਟੈਚ ਹੋ ਜਾਂਦਾ ਤੇ ਇਹਦਾ ਵਜ਼ਨ ਕੁਝ 1.5 ਕਿਲੋ ਆ ਤੇ ਇਹਦੇ ਨਾਲ ਤੁਸੀਂ ਜਿਹੜਾ ਗ੍ਰੇਨੇਡ ਆ ਉਹ 400 ਮੀਟਰ ਦੀ ਦੂਰੀ ਤੱਕ ਸਿੱਟ ਸਕਦੇ ਹੋ। ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ ਜਿਹੜਾ 40 mm ਦਾ ਗ੍ਰੇਨੇਡ ਆ। ਸੋ ਜਿਹੜਾ 40 mm ਦਾ ਗ੍ਰੇਨੇਡ ਆ, ਜਿਹਦੇ ਟਾਰਗੇਟ ਤੇ ਹਿੱਟ ਕਰਦਾ, ਇਹਦਾ ਜੋ ਕਿਲ ਜ਼ੋਨ ਰੇਡੀਅਸ ਆ ਉਹ 5 ਮੀਟਰ ਆ, ਜੋ ਕਿ 15 ਤੋਂ 16 ਫੀਟ ਆ ਤੇ ਇਹਦਾ ਕੈਜੁਅਲਟੀ ਇਸ ਕੁਝ 15 ਮੀਟਰ ਆ, ਜੋ ਕਿ 50 ਫੀਟ ਆ। ਤੇ ਇਹਦੀ ਖਾਸੀਅਤ ਇਹ ਹੈ ਕਿ ਅਗਰ ਇਹ ਟਾਰਗੇਟ ਦੇ ਵੱਜਣ ਤੇ ਐਕਸਪਲੋਡ ਨਾ ਹੋਵੇ ਤਾਂ ਇਹਦੇ 'ਚ ਇੱਕ ਆਟੋ ਡਿਸਟਰੈਕਟ ਮੈਕੈਨਿਜ਼ਮ ਆ ਜੋ 15 ਤੋਂ 20 ਸੈਕਿੰਡ ਦੇ ਅੰਦਰ ਐਕਸਪਲੋਡ ਹੋ ਜਾਂਦਾ। ਸੋ ਗੈਂਗਸਟਰ ਦੇ ਹੱਥ ਐਸਾ ਡੇਂਜਰਸ ਵੈਪਨ ਲੱਗਣਾ ਇੱਕ ਆਪਣੇ ਆਪ 'ਚ ਬੜਾ ਚਿੰਤਾ ਦਾ ਵਿਸ਼ਾ ਹੈ ਤੇ ਹੁਣ ਗੈਂਗਸਟਰਸ ਤੇ ਅੱਤਵਾਦੀਆਂ 'ਚ ਕੋਈ ਜ਼ਿਆਦਾ ਫਰਕ ਨਹੀਂ ਰਹਿ ਗਿਆ। ਬਾਕੀ ਤਾਂ ਆਪਾਂ ਸੁਣਿਆ ਕਿ ਇੱਕ AK-47 ਸੀ, ਇੱਕ 30 ਬੋਰ ਦਾ ਪਿਸਟਲ ਸੀਗਾ। ਸਾਰਿਆਂ ਨਾਲੋਂ ਡੇਂਜਰਸ ਤਾਂ ਇਹ ਰਸ਼ੀਅਨ GP25 ਅੰਡਰ ਬੈਰਲ ਗ੍ਰੇਨੇਡ ਲਾਂਚਰ ਆ। ਵਿੱਕੀ, ਤੁਸੀਂ ਅਕਸਰ ਗੱਲ ਕਰਦੇ ਹੁੰਦੇ ਹੋ, ਤੁਸੀਂ ਦੱਸਦੇ ਹੁੰਦੇ ਹੋ ਔਰ ਤੁਹਾਡੀ ਗੱਲਬਾਤ ਚਰਚਾ ਹੁੰਦੀ ਰਹਿੰਦੀ ਸੀਗੀ ਮੂਸੇਵਾਲਾ ਸਾਹਿਬ ਦੇ ਨਾਲ, ਔਰ ਉਹ ਹਥਿਆਰਾਂ ਦੇ ਬਾਰੇ ਵੀ ਜਾਣਕਾਰੀ ਅਕਸਰ ਤੁਹਾਡੇ ਕੋਲੋਂ ਲਿਆ ਕਰਦੇ ਸੀਗੇ ਔਰ ਉਹਦੇ 'ਚ ਅਲੱਗ-ਅਲੱਗ ਹਥਿਆਰਾਂ ਦੀ ਉਹ ਜਾਣਕਾਰੀ ਤੁਹਾਡੇ ਕੋਲੋਂ ਲੈਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ। ਅਸੀਂ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ ਇੱਕ ਸਪੈਸ਼ਲ ਰਾਈਫਲ ਦੀ, ਗਲੀਲ ਹੀ ਸ਼ਾਇਦ ਉਸਨੂੰ ਕਹਿੰਦੇ ਆ। ਮੈਂ ਚਾਹੁੰਦਾ ਹੈਗਾ ਵਾਂ ਕਿ ਮੂਸੇਵਾਲਾ ਸਾਹਿਬ ਜਿਸ ਤਰੀਕੇ ਦੇ ਨਾਲ ਹਥਿਆਰਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਲੈਂਦੇ ਸੀਗੇ ਔਰ ਕਈ ਵਾਰ ਉਹਨਾਂ ਦੇ ਹਥਿਆਰਾਂ ਦਾ ਜ਼ਿਕਰ ਗੀਤਾਂ ਦੇ ਵਿੱਚ ਵੀ ਹੁੰਦਾ ਹੈ, ਜਿਹਨੂੰ ਅੱਜ ਕੱਲ੍ਹ ਜਿਹੜੇ ਕੁਝ ਸੋ ਕਾਲਡ ਸਮਾਜ ਸੇਵੀ ਆਪਣੇ ਆਪ ਨੂੰ ਕਹਿੰਦੇ ਆ, ਉਹ ਇਸ ਤਰੀਕੇ ਦੇ ਨਾਲ ਉਸ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਆ ਕਿ ਉਹਨਾਂ ਨੂੰ ਇੰਝ ਲੱਗਦਾ ਕਿ ਸਿਰਫ ਉਹੀ ਗਿਆਨੀ ਹੈ, ਸਾਰੀ ਦੁਨੀਆ ਦਾ ਬ੍ਰਹਮੰਡ ਦਾ ਜਿਹੜਾ ਵੀ ਗਿਆਨ ਹੈਗਾ ਉਹਨਾਂ ਨੂੰ ਹੀ ਹੈਗਾ। ਸੋ ਮੈਂ ਜਾਣਨਾ ਚਾਹੁੰਦਾ ਵਾਂ ਕਿ ਕਿਸ ਤਰੀਕੇ ਦੀ ਉਹ ਨੌਲੇਜ ਜਾਂ ਕਿਸ ਤਰੀਕੇ ਦੀ ਇਨਫੋਰਮੇਸ਼ਨ ਹਥਿਆਰਾਂ ਨੂੰ ਲੈ ਕੇ ਮੂਸੇਵਾਲਾ ਸਾਹਿਬ ਤੁਹਾਡੇ ਕੋਲੋਂ ਰੱਖਦੇ ਸੀਗੇ? ਦੇਖੋ, ਵੈਸੇ ਤਾਂ ਸਾਡੀ ਵਿਸਤਾਰ 'ਚ ਹਥਿਆਰਾਂ ਦੀ ਗੱਲ ਹੁੰਦੀ ਸੀ, ਜੋ ਮੈਨੂੰ ਕਦੇ ਪੁੱਛਦੇ ਸੀ ਮੈਂ ਉਹਨਾਂ ਨੂੰ ਦੱਸ ਦਿੰਦਾ ਸੀ। ਪਰ ਇੱਕ ਵਾਰ ਉਹਨਾਂ ਨੇ ਮੈਨੂੰ ਇੱਕ ਵੀਡੀਓ ਸੈਂਡ ਕੀਤੀ ਜੋ ਕਿ ਇਜ਼ਰਾਈਲ ਦੀ ਬਣੀ ਹੋਈ IWI ਗਲਿਲ ARM ਦੀ ਸੀਗੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੀ ਤੁਹਾਡੇ ਕੋਲ ਇਹ ਹੈ। ਸੋ ਕੁਦਰਤੀਓ ਮੇਰੇ ਕੋਲ ਬ੍ਰੈਂਡ ਨਿਊ ਪਲਾਸਟਿਕ ਦੇ ਰੈਪ 'ਚ ਰੈਪਡ ਹੋਈ ਪਈ ਆ। ਸੋ ਜਦ ਮੈਂ ਮੂਸੇਵਾਲਾ ਸਾਹਿਬ ਨੂੰ ਦੱਸਿਆ ਕਿ ਸਾਡੇ ਕੋਲ ਹੈਗੀ, ਉਹ ਬੜੇ ਖੁਸ਼ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਬਹੁਤ ਪਸੰਦ ਆ, ਇਹਨੂੰ ਅਸੀਂ ਓਪਨ ਨਹੀਂ ਕਰਾਂਗੇ, ਜਦ ਤੁਸੀਂ ਆਓਗੇ ਆਪਾਂ ਜਦੇ ਓਪਨ ਕਰਾਂਗੇ। ਤੇ ਹੁਣ ਚਲੋ ਮੂਸੇਵਾਲਾ ਸਾਹਿਬ ਨਹੀਂ ਰਹੇ, ਮੈਂ ਸਿੱਧੂ ਵਾਲਾ ਸਾਹਿਬ ਦੇ ਫਾਦਰ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਦ ਵੀ ਉਹ US ਆਉਂਦੇ ਨੇ ਉਹ ਥੋੜਾ ਸਮਾਂ ਕੱਢ ਕੇ ਸਾਡੇ ਕੋਲ ਆਉਣ ਤੇ ਇਸ ਰੈਪ ਦੀ ਉਹ ਰੀਬਨ ਕਟਾਈ ਕਰਨ ਤੇ ਅਗਰ ਕਿਤੇ ਮੂਸੇਵਾਲਾ ਸਾਹਿਬ ਦੇਖਦੇ ਹੋਣਗੇ ਤਾਂ ਉਹ ਵੀ ਬੜੇ ਖੁਸ਼ ਹੋਣਗੇ, ਕਿਉਂਕਿ ਮੂਸੇਵਾਲਾ ਸਾਹਿਬ ਨੂੰ ਹਥਿਆਰਾਂ ਦਾ ਬੜਾ ਸ਼ੌਂਕ ਸੀ। ਅੱਛਾ, ਤੁਸੀਂ ਜਿਹੜੀ ਗਲਿਲ ਸਾਂਭ ਕੇ ਰੱਖੀ ਹੋਈ ਸੀਗੀ ਮੂਸੇਵਾਲਾ ਸਾਹਿਬ ਦੇ ਲਈ, ਜਿਹੜੀ ਉਹਨਾਂ ਨੇ ਤੁਹਾਨੂੰ ਇੱਕ ਵਾਰੀ ਕੋਈ ਵੀਡੀਓ ਵੀ ਸਾਂਝੀ ਕੀਤੀ ਸੀਗੀ ਗਲਿਲ ਨੂੰ ਲੈ ਕੇ, ਫਿਰ ਤੁਸੀਂ ਉਹਨਾਂ ਨੂੰ ਦੱਸਿਆ ਕਿ ਹਾਂ ਮੇਰੇ ਕੋਲ ਇਹ ਰਾਈਫਲ ਜਿਹੜੀ ਪਈ ਹੋਈ ਹੈ ਔਰ ਖਾਸ ਤੌਰ ਤੇ ਤੁਸੀਂ ਉਹਦੀ ਪੈਕਿੰਗ ਅੱਜ ਤੱਕ ਨਹੀਂ ਖੋਲ ਕੇ ਰੱਖੀ ਹੈ ਕਿਉਂਕਿ ਤੁਸੀਂ ਇੰਤਜ਼ਾਰ ਕਰ ਰਹੇ ਸੀਗੇ ਕਿ ਮੂਸੇਵਾਲਾ ਸਾਹਿਬ ਜਦੋਂ ਆਉਣ ਉੱਥੇ ਤੁਹਾਡੇ ਕੋਲ ਤਾਂ ਉਹਦੀ ਰਿਬਨ ਕਟਾਈ ਜਾਂ ਉਹਨੂੰ ਖੁਲਵਾਓ ਵੀ ਤੁਸੀਂ ਉਹਨਾਂ ਦੇ ਕੋਲੋਂ। ਲੇਕਿਨ ਹੁਣ ਤੁਸੀਂ ਕਹਿੰਦੇ ਪਏ ਹੋ ਕਿ ਉਹਨਾਂ ਦੇ ਪਿਤਾ ਜੀ
ਜਿਹੜੇ ਹੈਗੇ ਨੇ ਉਹ ਕਿਸੇ ਵੇਲੇ ਜੇ ਉਸ ਪਾਸੇ ਤੁਹਾਡੇ ਵੱਲ ਆਣਗੇ ਤਾਂ ਤੁਸੀਂ ਹੁਣ ਉਹਨਾਂ ਦੇ ਲਈ ਉਹ ਸਪੈਸ਼ਲ ਜਿਹੜੀ ਇੱਕ ਲਿਮਿਟਿਡ ਐਡੀਸ਼ਨ ਤੁਸੀਂ ਕਹਿ ਲਓ ਕਿ ਉਹ ਸਾਂਭ ਕੇ ਰੱਖੀ ਹੋਈ ਹੈ। ਬਿਲਕੁਲ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਦ ਵੀ ਉਹ ਅਮਰੀਕਾ ਆਉਣ, ਉਹ ਥੋੜਾ ਸਮਾਂ ਕੱਢ ਕੇ ਸਾਡੇ ਕੋਲ ਸੈਟਲ ਆਉਣ ਤੇ ਉਹ ਆ ਕੇ ਇਸ ਰਾਈਫਲ ਦੀ ਰੀਬਨ ਕਟਾਈ ਕਰਨ, ਜਿਵੇਂ ਸਿੱਧੂ ਮੂਸੇਵਾਲਾ ਸਾਹਿਬ ਚਾਹੁੰਦੇ ਸੀ। ਤੇ ਮੈਨੂੰ ਲੱਗਦਾ ਕਿ ਅਗਰ ਸਿੱਧੂ ਮੂਸੇਵਾਲਾ ਸਾਹਿਬ ਦੇਖਦੇ ਹੋਣਗੇ, ਉਹ ਬੜੇ ਖੁਸ਼ ਹੋਣਗੇ। ਤੇ ਹਜੇ ਤਾਂ ਮੈਂ ਉਹਨਾਂ ਦੀ ਵੀਡੀਓ ਦੇਖੀ, ਉਹ ਇੱਕ ਇਨਸਾਫ ਦੀ ਮੰਗ ਕਰ ਰਹੇ ਆ, ਤਾਂ ਪਹਿਲਾਂ ਆਪਾਂ ਉਸ ਬਾਰੇ ਦੇਖੀਏ ਤੇ ਬਾਅਦ ਚੋਂ ਜਦ ਵੀ ਉਹਨਾਂ ਦਾ ਸਮਾਂ ਲੱਗੇ, ਜੇ ਉਹ ਆਉਣਗੇ ਤਾਂ ਸਾਨੂੰ ਵਧੀਆ ਲੱਗੇਗਾ। ਤੁਹਾਡੀ ਅਕਸਰ ਵਿੱਕੀ ਜੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀਗੀ ਮੂਸੇਵਾਲਾ ਸਾਹਿਬ ਦੇ ਨਾਲ, ਔਰ ਇੱਕ ਤੁਸੀਂ ਸਪੈਸ਼ਲ ਉਹਨਾਂ ਦਾ ਜੋ ਗੀਤ ਦੇ ਵਿੱਚ ਕੁਝ ਸਤਰਾਂ ਉਹਨਾਂ ਨੇ ਵਰਤੀਆਂ ਸੀਗੀਆਂ ਕਿ ਅੱਖ ਦਾ ਤਜਰਬਾ ਏ ਇੱਲ ਨਾਲ ਦਾ, ਚੋਬਰ ਗੱਡੇ, ਜੋ ਵੀ ਲਾਈਨ ਜਿਸ ਤਰੀਕੇ ਦੇ ਨਾਲ ਸੀਗੀ, ਤੁਸੀਂ ਉਹਨਾਂ ਕੋਲੋਂ ਜਦੋਂ ਪੁੱਛਦੇ ਸੀਗੇ, ਜਦੋਂ ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਸੀਗੀ, ਤੁਸੀਂ ਆਪਣੀ ਕੁਐਰੀਜ਼ ਉਹਨਾਂ ਨੂੰ ਭੇਜਦੇ ਸੀਗੇ। ਕਈ ਵਾਰੀ ਤਾਂ ਸਟਾਰ ਇਹ ਹੁੰਦੇ ਆ, ਸੈਲੈਬ੍ਰਿਟੀਜ਼ ਇੱਦਾਂ ਦੇ ਹੁੰਦੇ ਆ, ਉਹ ਨਜ਼ਰਅੰਦਾਜ਼ ਕਰ ਦਿੰਦੇ ਆ, ਲੇਕਿਨ ਤੁਸੀਂ ਜਦੋਂ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ, ਜਿਵੇਂ ਕਿ ਫੋਰ ਐਨ ਇੰਸਟੈਂਸ ਤੁਸੀਂ ਉਹਨਾਂ ਕੋਲ ਪੁੱਛਿਆ ਕਿ ਇਹਦਾ ਮਤਲਬ ਕੀ ਹੈ ਇਸ ਲਾਈਨ ਨੂੰ ਜੋ ਤੁਸੀਂ ਵਰਤੀ ਹੈ, ਅੱਗੋਂ ਉਹਨਾਂ ਦਾ ਜੋ ਜਵਾਬ ਆਇਆ ਉਹਦੇ ਨਾਲ ਕੀ ਲੱਗਦਾ ਸੀਗਾ ਕਿ ਹਾਂ, ਔਰ ਕਿਉਂਕਿ ਸਾਡੀ ਇੰਟਰਵਿਊਜ਼ ਅਕਸਰ ਉਹਨਾਂ ਦੇ ਨਾਲ ਜਦੋਂ ਹੁੰਦੀਆਂ ਸੀਗੀਆਂ ਤੇ ਉਹ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਸੀਗੇ ਕਿ ਖੌਫ ਜਾਂ ਡਰ ਜਾਂ ਘਬਰਾਹਟ ਨਾਮ ਦੀ ਚੀਜ਼ ਉਹਨਾਂ ਦੇ ਵਿੱਚ ਹੈ ਨਹੀਂ, ਪਨਪਦੀ ਨਹੀਂ ਗੀ। ਸੋ ਇਹ ਜੋ ਲਾਈਨ ਸਪੈਸ਼ਲੀ ਤੁਹਾਡੇ ਨਾਲ ਵੀ ਉਹਨਾਂ ਨੇ ਤੁਸੀਂ ਜਦੋਂ ਪੁੱਛਿਆ, ਮਤਲਬ ਉਹ ਤੋਂ ਤੁਸੀਂ ਕੀ ਅੰਦਾਜ਼ੇ ਕੱਢੇ ਆ? ਦੇਖੋ ਜੀ, ਮੈਂ ਅਕਸਰ ਮੂਸੇਵਾਲਾ ਸਾਹਿਬ ਨੂੰ ਪੁੱਛਦਾ ਰਹਿੰਦਾ ਸੀ, ਕਿਉਂਕਿ ਮੈਂ ਉਹਨਾਂ ਦੇ ਗਾਣੇ ਸੁਣਦਾ ਸੀ। ਅਗਰ ਕੋਈ ਚੀਜ਼ ਨਹੀਂ ਸਮਝ ਆਉਂਦੀ ਤੇ ਮੈਂ ਉਹਨਾਂ ਨੂੰ ਪੁੱਛਦਾ ਸੀ। ਇੱਕ ਉਹਨਾਂ ਦਾ ਗੋਟ ਗਾਣਾ ਰਿਲੀਜ਼ ਹੋਇਆ ਸੀ, ਜਿਸ ਵਿੱਚ 2 ਲਾਈਨਾਂ ਨੇ, ਉਹ ਕਹਿੰਦੇ ਕਿ ਅੱਖ ਦਾ ਤਜਰਬਾ ਇੱਲ ਨਾਲ ਦਾ, ਚੋਬਰ ਫੱਟੇ 'ਚ ਕੱਢੇ ਕਿੱਲ ਨਾਲ ਦਾ। ਸੋ ਮੇਰੀ ਕਿਉਰਿਓਸਿਟੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹਦਾ ਕੀ ਮਤਲਬ ਆ। ਉਹਨਾਂ ਨੇ ਮੈਨੂੰ ਆਡੀਓ ਨੋਟ ਭੇਜਿਆ ਤੇ ਜਿਸ ਵਿੱਚ ਉਹ ਦੱਸਦੇ ਨੇ ਕਿ ਅੱਖ ਦਾ ਤਜਰਬਾ ਇੱਲ ਨਾਲ ਦਾ ਮਤਲਬ ਕਿ ਜਿਵੇਂ ਬਾਜ ਤੇ ਇੱਲ ਦੀ ਨਿਗਾਹ ਮੈਂ ਦੂਰੋਂ ਬੰਦਾ ਪਛਾਣ ਲੈਂਦਾ, ਤੇ ਚੋਬਰ ਗੱਡੇ ਕਿੱਲ ਨਾਲ ਦਾ, ਉਹ ਕਹਿੰਦੇ ਵੀ ਜਿੱਥੇ ਅੜ ਗਏ ਤਾਂ ਮਰ ਜਾਾਂਗੇ, ਪਰ ਉੱਥੋਂ ਸਟੈਂਡ ਤੋਂ ਹਿੱਲਾਂਗੇ ਨਹੀਂ। ਸੋ ਮੈਨੂੰ ਇਹ ਗੱਲ ਦਾ ਪਤਾ ਕਿ ਅਗਰ ਫੱਟੇ 'ਚ ਕਿੱਲ ਗੜ ਦਿੱਤਾ ਜਾਵੇ ਤਾਂ ਉਹ ਪੱਟ ਨਹੀਂ ਹੁੰਦਾ, ਤੋੜਨਾ ਹੀ ਪੈਂਦਾ, ਉਹਨੂੰ ਮਾਰਨਾ ਹੀ ਪੈਂਦਾ। ਸੋ ਤੁਸੀਂ ਮੂਸੇਵਾਲਾ ਸਾਹਿਬ ਦੇ ਗਾਣਿਆਂ ਤੋਂ ਵੀ ਦੇਖ ਸਕਦੇ ਹੋ, ਉਹਨਾਂ ਦਾ ਸੁਭਾਅ ਇਹੋ ਜਿਹਾ ਹੀ ਸੀ ਕਿ ਜਿੱਥੇ ਅੜ ਗਏ ਸਟੈਂਡ ਲੈ ਲਿਆ, ਫਿਰ ਉਹ ਸਟੈਂਡ ਤੋਂ ਪਿੱਛੇ ਨਹੀਂ ਹਟੇ। ਜਿਸ ਤਰੀਕੇ ਦੇ ਨਾਲ ਉਹ ਆਪਣੇ ਗੀਤ ਦੇ ਵਿੱਚ ਜੋ ਸ਼ਬਦ, ਜੋ ਬੋਲ ਵਰਤਦੇ ਸੀਗੇ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਸਟੈਂਡ ਹਮੇਸ਼ਾ ਕਾਇਮ ਰਿਹਾ, ਲੇਕਿਨ ਅੱਜ ਮੈਂ ਜਦੋਂ ਦੇਖਦਾ ਹੈਗਾ ਵਾਂ ਕਿ ਸੋਸ਼ਲ ਮੀਡੀਆ ਦੇ ਕੁਝ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਸਿਤਾਰੇ ਸਮਝਦੇ, ਔਰ ਉਹਨਾਂ ਨੂੰ ਇੰਝ ਲੱਗਦਾ ਹੈਗਾ ਕਿ ਉਹ ਕੁਝ ਵੀ ਭੱਦੀ ਸ਼ਬਦਾਵਲੀ ਵਰਤਣਗੇ ਔਰ ਲੋਕ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦੇਣਗੇ। ਇਹੋ ਜਿਹੇ ਬਹੁਤ ਸਾਰੇ ਲੋਕ ਹੈਗੇ ਆ। ਮੈਂ ਖਾਸ ਤੌਰ 'ਤੇ ਨਾਮ ਲੈ ਕੇ ਇਹ ਨਹੀਂ ਚਾਹੁੰਦਾ ਹੈਗਾ ਵਾਂ ਕਿ ਜੋ ਸਾਡੀ ਆਡੀਅנס ਹੈਗੀ ਆ ਉਹਨਾਂ ਨੂੰ ਵੀ, ਉਹਨਾਂ ਦੇ ਵੀ ਜ਼ਿਹਨ ਦੇ ਵਿੱਚ ਇਹ ਸਵਾਲ ਉੱਠੇ ਕਿ ਵਾਕਈ ਜਾ ਕੇ ਉਹ ਉਸ ਬੰਦੇ ਨੂੰ ਦੇਖਣ, ਕਿਉਂਕਿ ਕੋਈ ਸਮਾਜ ਲਈ ਉਹਨਾਂ ਦਾ ਕੋਈ ਵੱਡਾ ਯੋਗਦਾਨ ਹੈ ਨਹੀਂ ਹੈ। ਉਹ ਸਿਰਫ ਇੱਕ ਕੈਟਲਿਸਟ ਦੀ ਭੂਮਿਕਾ ਅਦਾ ਕਰਦੇ ਆ। ਉਹ ਕੈਟਲਿਸਟ ਜੋ ਸਮਾਜ ਨੂੰ ਖਰਾਬ ਦਿਸ਼ਾ ਦਾ ਸੰਦੇਸ਼ ਦਿੰਦਾ ਹੈ। ਸੋ ਜਦੋਂ ਤੁਸੀਂ ਇਹੋ ਜਿਹੇ ਲੋਕਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਵੀ ਪਹੁੰਚਦੀਆਂ ਹੋਣਗੀਆਂ, ਸੋਸ਼ਲ ਮੀਡੀਆ ਜਿਹੜਾ ਹੈਗਾ ਅੱਜ ਕੱਲ੍ਹ ਜਿੰਦਾਬਾਦ ਹੈ, ਛੋਟੀ ਤੋਂ ਛੋਟੀ ਫੋਟੋ, ਵੱਡੀ ਤੋਂ ਵੱਡੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਬਹੁਤ ਸਾਰੇ ਲੋਕ ਹੈਗੇ ਨੇ। ਮੈਂ ਜਿਸ ਟਾਰਗੇਟ 'ਤੇ ਤੁਹਾਨੂੰ ਲੈ ਕੇ ਜਾਣਾ ਚਾਹ ਰਿਹਾ, ਕਿਉਂਕਿ ਅੱਖ ਦਾ ਤਜਰਬਾ ਇੱਲ ਨਾਲ ਦਾ, ਉਹ ਤੁਸੀਂ ਪਹੁੰਚ ਗਏ ਹੋਵੋਗੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਪਿਆ। ਇਹੋ ਜਿਹੇ ਲੋਕਾਂ ਲਈ ਤੁਸੀਂ ਕੀ ਸਮਝਦੇ ਹੋ? ਦੂਰ ਬੈਠ ਕੇ, ਅਮਰੀਕਾ ਵਰਗੇ ਤੁਸੀਂ ਇੱਕ ਕੰਟਰੀ ਦੇ ਵਿੱਚ ਬੈਠੇ ਹੋ, ਜਦੋਂ ਤੁਹਾਡੇ ਕੋਲ ਇਹੋ ਜਿਹੀ ਵੀਡੀਓ ਪਹੁੰਚਦੀ ਜਿਹਦੇ ਵਿੱਚ ਸ਼ਬਦਾਵਲੀ ਵੀ ਜਦੋਂ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ ਐਂ ਲੱਗਦਾ ਕਿ ਯਾਰ ਇਹ ਮਤਲਬ ਅਜੀਬ ਜਿਹਾ ਲੱਗਦਾ, ਤੁਹਾਨੂੰ ਕਚੀਚੀਆਂ ਜਿਹੀਆਂ ਆਉਂਦੀਆਂ ਕਿ ਇਹ ਕੀ ਸੁਣਦੇ ਪਏ ਹਾਂ ਅਸੀਂ। ਬਿਲਕੁਲ ਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇੱਕ ਸਿੱਖ ਹੋ ਕੇ ਦੂਜੇ ਸਿੱਖ ਪ੍ਰਤੀ ਇੰਨੀ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਨਾ ਬਹੁਤ ਹੀ ਸ਼ਰਮ ਦੀ ਗੱਲ ਆ। ਖਾਸ ਕਰ ਉਸ ਸਿੱਖ ਨੌਜਵਾਨ ਨੇ ਜਿਹਨੇ ਸਿੱਖਾਂ ਦਾ, ਪੰਜਾਬੀਆਂ ਦਾ ਤੇ ਪੱਗ ਦਾ ਨਾਮ ਸਾਰੀ ਦੁਨੀਆ 'ਚ ਰੋਸ਼ਨ ਕੀਤਾ ਹੋਵੇ। ਇੱਕ ਪਾਸੇ ਤਾਂ ਬੜੇ ਤੋਂ ਬੜਾ ਸਟਾਰ, ਚਾਹੇ ਉਹ ਬਾਲੀਵੁੱਡ ਦਾ ਰਣਵੀਰ ਸਿੰਘ ਆ ਜਾਂ ਹਾਲੀਵੁੱਡ ਦਾ ਡਰੇਕ ਆ, ਉਹ ਸ਼ਰਧਾਂਜਲੀਆਂ ਦੇ ਰਿਹਾ, ਤੇ ਦੂਜੇ ਪਾਸੇ ਇੱਕ ਪਾਗਲ ਡੰਗਰ ਡਾਕਟਰ ਕਿਤੇ ਵੀ ਆਪਣੀ ਗੱਡੀ ਲਾ ਕੇ ਬਕਵਾਸ ਕਰਨੀ ਸ਼ੁਰੂ ਕਰ ਦਿੰਦਾ। ਤੋਂ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਕਿਸੇ ਪਾਗਲਖਾਨੇ 'ਚ ਭਰਤੀ ਕਰਾਇਆ ਜਾਵੇ। ਇਸ ਤੋਂ ਪਹਿਲਾਂ ਕੋਈ ਇਹਦੀਆਂ ਲੱਤਾਂ ਤੋੜ ਕੇ ਇਹਨੂੰ ਘਰੇ ਪਹੁੰਚਾ ਦੇਵੇ, ਤੇ ਫਿਰ ਮੁੜ ਕੇ ਤੁਸੀਂ ਲੱਭਦੇ ਫਿਰੋਗੇ ਤੇ ਪਰਚੇ ਦਿੰਦੇ ਫਿਰੋਗੇ। ਸੋ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ। ਤੋਂ ਦੂਜੀ ਗੱਲ, ਇਹ ਜਿਹੜੇ ਡਾਕਟਰ ਆਪਣੇ ਆਪ ਨੂੰ ਬਹੁਤ ਸਮਝਦਾਰ, ਸੂਝਵਾਨ ਕਹਾਉਂਦਾ ਤੇ ਹਥਿਆਰਾਂ ਦੀ ਗੱਲ ਕਰਦਾ, ਤਾਂ ਮੈਂ ਇਹ ਡਾਕਟਰ ਨੂੰ ਦੱਸ ਦੇਣਾ ਚਾਹੁੰਦਾ ਕਿ ਭਾਈ, ਸਿੱਧੂ ਮੂਸੇਵਾਲਾ ਸਾਹਿਬ ਤੋਂ ਪਹਿਲਾਂ ਵੀ ਲੋਕ ਹਥਿਆਰਾਂ ਦੇ ਗਾਣੇ ਗਾਉਂਦੇ ਸੀ। ਹੁਣ ਸਿੱਧੂ ਮੂਸੇਵਾਲਾ ਸਾਹਿਬ ਨਹੀਂ ਰਹੇ, ਹੁਣ ਵੀ ਹਥਿਆਰਾਂ ਦੇ ਗਾਣੇ ਗਾਉਂਦੇ ਨੇ। ਕੀ ਹੁਣ ਹਥਿਆਰ ਹਟ ਜਾਣਗੇ? ਹਕੀਕਤ ਬਾਈ ਜੀ ਇਹ ਹੈ, ਜਿਹੜੇ ਗੈਂਗਸਟਰ ਨੇ ਉਹ ਕੋਈ ਰੂਲ ਨਹੀਂ ਫੋਲੋ ਕਰਦੇ, ਉਹਨਾਂ ਕੋਲ ਇਲੀਗਲ ਵੈਪਨ ਆ, ਉਹਨਾਂ ਨੇ ਹਟਣਾ ਹੀ ਨਹੀਂ। ਬਾਕੀ ਮੈਂ ਡਾਕਟਰ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਵੀ ਭਾਈ, ਅਸੀਂ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਲੈਣਾ ਕੀ ਹਥਿਆਰ ਰੱਖਣਾ ਚਾਹੀਦਾ ਕਿ ਨਹੀਂ।
ਹਥਿਆਰ ਸਿੱਖਾਂ ਦੇ ਧਰਮ ਦਾ ਹਿੱਸਾ ਨੇ, ਤਾਂ ਹੀ ਗੁਰੂ ਸਾਹਿਬ ਨੇ 5 ਕਕਾਰਾਂ 'ਚ ਹਥਿਆਰਾਂ ਨੂੰ ਇੰਕਲੂਡ ਕੀਤਾ। ਹਥਿਆਰ ਕੋਈ ਆਪਸ਼ਨਲ ਨਹੀਂ ਸੀ, ਹਥਿਆਰ ਮੈਂਡੇਟਰੀ ਸੀਗੇ। ਤਾਂ ਹੀ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਹਥਿਆਰ ਚੱਕੇ, ਮੀਰੀ ਪੀਰੀ ਦੇ ਮਾਲਕ। ਤੇ ਜੇ ਉਹ ਹਥਿਆਰ ਚੱਕਦੇ, ਅੱਜ ਵੀ ਸਾਡੀਆਂ ਧੀਆਂ ਭੈਣਾਂ ਦੀ ਬੇਅਦਬੀ ਹੁੰਦੀ ਗਜਨੀ ਦੀਆਂ ਮੰਡੀਆਂ 'ਚ। ਸੋ ਪਿਛਲੇ ਕੁਝ 50-70 ਸਾਲ ਤੋਂ ਤੁਸੀਂ ਅਗਰ ਦੇਖੋ, ਜਿਹੜੇ ਸਿੱਖ ਫੈਮਲੀਜ਼ ਨੇ ਉਹ ਹਥਿਆਰਾਂ ਤੋਂ ਪਿੱਛੇ ਹਟ ਗਿਆ ਸੀ, ਜਿਸ ਦਾ ਨਤੀਜਾ ਇਹਨਾਂ ਨੂੰ 1984 'ਚ ਭੁਗਤਣਾ ਪਿਆ। ਆਪਾਂ ਸਭ ਨੇ ਦੇਖਿਆ ਸੁਣਿਆ ਕਿ ਕਿਵੇਂ ਗਲਾਂ 'ਚ ਟਾਇਰ ਪਾ ਕੇ ਦਿਨ ਦਿਹਾੜੇ ਲੇਡੀ ਹੋਇਆ, ਮਾਸੂਮ ਬੱਚੇ ਮਾਰੇ ਗਏ। ਤੋ ਮੈਂ ਸਭ ਨੂੰ ਬੇਨਤੀ ਇਹ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਪਰ ਵਿੱਕੀ ਜੀ, ਜਦੋਂ ਇਹੋ ਜਿਹੇ ਬਿਆਨ ਕੋਈ ਸ਼ਖਸ ਦਿੰਦਾ ਹੈਗਾ, ਉਹਨੂੰ ਆਪ ਨੂੰ ਵੀ ਸੁਰੱਖਿਆ ਦੀ ਅੱਗੇ ਜਾ ਕੇ ਲੋੜ ਪੈ ਜਾਂਦੀ, ਕਿਉਂਕਿ ਸਿੱਧੂ ਮੂਸੇਵਾਲਾ ਸਾਹਿਬ ਦੀ ਇੱਕ ਫੋਲੋਇੰਗ ਹੈਗੀ ਆ, ਔਰ ਬਹੁਤ ਸਾਰੇ ਇਹੋ ਜਿਹੇ ਗੈਂਗਸ ਹੈਗੇ ਨੇ ਜਿਨ੍ਹਾਂ ਨੇ ਜਦੋਂ ਬਿਆਨ ਸੁਣਿਆ ਡਾਕਟਰ ਸਾਹਿਬ ਦਾ, ਉਸ ਤੋਂ ਬਾਅਦ ਉਹ ਐਕਟੀਵੇਟ ਹੋ ਜਾਂਦੇ ਆ, ਔਰ ਐਕਟੀਵੇਟ ਹੋਣ ਤੋਂ ਬਾਅਦ ਉਹ ਧਮਕੀ ਦਿੰਦੇ ਆ ਸਾਫ਼। ਹੁਣ ਤਾਂ ਸੁਰੱਖਿਅਤ ਤਾਂ ਉਹ ਵੀ ਨਹੀਂ ਹੈਗੇ ਆ, ਡਾਕਟਰ ਸਾਹਿਬ ਵੀ ਸੁਰੱਖਿਅਤ ਨਹੀਂ ਹੈਗੇ ਆ। ਤੋ ਸਾਰਿਆਂ ਨਾਲੋਂ ਸੁਰੱਖਿਅਤ ਜਗ੍ਹਾ ਡਾਕਟਰ ਸਾਹਿਬ ਲਈ ਜੇਲ੍ਹ 'ਚ ਆ, ਕਿਉਂਕਿ ਜੇਲ੍ਹ ਤੋਂ ਸੁਰੱਖਿਅਤ ਜਗ੍ਹਾ ਕੋਈ ਨਹੀਂ ਆ। ਸੋ ਮੈਂ ਲੁਧਿਆਣਾ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਅਗਰ ਇਹਨਾਂ ਡਾਕਟਰ ਦੇ ਨਾਮ ਤੇ ਕੋਈ ਵੀ ਲਾਇਸੈਂਸ ਆ, ਉਹਨੂੰ ਤੁਰੰਤ ਰੱਦ ਕੀਤਾ ਜਾਵੇ, ਕਿਉਂਕਿ ਇਹ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਿਹਾ। ਇਹ ਕਹਿ ਰਹੇ ਨੇ ਕਿ ਇਹਨਾਂ ਕੋਲ ਕੋਈ ਹਥਿਆਰ ਆ, ਮੈਨੂੰ ਲੱਗਦਾ ਇਹਨਾਂ ਕੋਲ ਕੋਈ ਪਾਣੀ ਵਾਲੀ ਪਿਚਕਾਰੀ ਆ, ਜਿਹੜੀ ਇਹ ਹਥਿਆਰ ਨੂੰ ਕਨਫਿਊਜ਼ ਕਰ ਚੁੱਕੀ। ਇਹ ਕਹਿੰਦੇ ਵੀ 3 ਮਹੀਨੇ ਟ੍ਰੇਨਿੰਗ ਲੈ ਕੇ ਆਏ ਆ। ਮੈਨੂੰ ਨਹੀਂ ਲੱਗਦਾ ਇਹਨਾਂ ਕੋਲ ਕੋਈ ਟ੍ਰੇਨਿੰਗ ਹੈ। ਜਿਸ ਹਿਸਾਬ ਨਾਲ ਸ਼ਬਦਾਵਲੀ ਵਰਤ ਰਹੇ, ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਕਿ ਇਹ ਡਾਕਟਰ ਨੇ। ਖੈਰ, ਪਿਛਲੀ ਵਾਰੀ ਜਦੋਂ ਤੁਹਾਡੇ ਨਾਲ ਗੱਲਬਾਤ ਹੋਈ ਸੀਗੀ ਤਾਂ ਅਸੀਂ ਇੱਕ ਬੁਲਟ ਪ੍ਰੂਫ ਜੈਕਟ ਦੀ ਗੱਲ ਕਰ ਰਹੇ ਸੀਗੇ, ਔਰ ਉਹ ਤੁਹਾਡੀ ਜਿਹੜੀ ਆਡੀਓ ਸੀਗੀ ਬਹੁਤ ਵਾਇਰਲ ਹੋਈ, ਜਿਹਦੇ ਵਿੱਚ ਮੂਸੇਵਾਲਾ ਸਾਹਿਬ ਤੁਹਾਡੇ ਕੋਲੋਂ ਇੱਕ ਬੁਲਟ ਪ੍ਰੂਫ ਵੈਸਟ ਦੀ ਗੱਲ ਕਰਦੇ ਪਏ ਸੀਗੇ। ਲੇਕਿਨ ਬਹੁਤ ਸਾਰੇ ਲੋਕਾਂ ਦਾ ਇੱਕ ਸਵਾਲ ਇਹ ਸੀਗਾ ਕਿ ਯਾਰ ਭੇਜੀ ਕਿਉਂ ਨਹੀਂ ਜੈਕਟ, ਭੇਜਣੀ ਚਾਹੀਦੀ ਸੀਗੀ, ਜਾਨ ਬਚ ਜਾਂਦੀ। ਬਹੁਤ ਸਾਰੇ ਸਵਾਲ ਸੀਗੇ ਲੋਕਾਂ ਦੇ, ਔਰ ਉਹ ਵਾਰ-ਵਾਰ ਕਟਹਿਰੇ 'ਚ ਲਿਆ ਕੇ ਖੜਾ ਕਰਦੇ ਸੀਗੇ ਕਿ ਸਾਡੀ ਗਲਤੀ ਹੈ, ਤੁਹਾਡੀ ਗਲਤੀ ਹੈ ਕਿ ਤੁਸੀਂ ਜੈਕਟ ਨਹੀਂ ਭੇਜੀ, ਭੇਜ ਦਿੰਦੇ ਤਾਂ ਅੱਜ ਇਹ ਜਿਹੜਾ ਐਡਾ ਵੱਡਾ ਹਾਦਸਾ ਇਹ ਨਾ ਵਾਪਰਦਾ। ਇਹ ਵਿੱਕੀ ਸਾਹਿਬ ਕੀ ਸੀਗਾ, ਭੇਜੀ ਕਿਉਂ ਨਹੀਂ ਆ, ਕੀ ਦਿੱਕਤ ਪਰੇਸ਼ਾਨੀ ਆ ਗਈ ਕਿ ਜੈਕਟ ਜਿਹੜੀ ਸੀਗੀ ਬੁਲਟ ਪ੍ਰੂਫ ਉਹ ਮੂਸੇਵਾਲਾ ਸਾਹਿਬ ਕੋਲ ਪਹੁੰਚੀ ਨਹੀਂ? ਸੋ ਉਹ ਵੀ ਆਪਾਂ ਕਲੀਅਰ ਕਰ ਦਿੰਨੇ ਆ। ਜਦ ਮੈਨੂੰ ਮੂਸੇਵਾਲਾ ਸਾਹਿਬ ਦਾ ਆਡੀਓ ਨੋਟ ਆਇਆ ਸੀ ਕਿ ਉਹਨਾਂ ਨੂੰ ਇੱਕ ਬੁਲਟ ਪ੍ਰੂਫ ਜੈਕਟ ਦੀ ਜ਼ਰੂਰਤ ਆ, ਤਾਂ ਮੇਰੀ ਜਾਂ ਉਹਨਾਂ ਨਾਲ ਗੱਲ ਹੋਈ, ਮੈਂ ਉਹਨਾਂ ਨੂੰ ਦੱਸਿਆ ਸੀ ਵੀ 2 ਤਰੀਕੇ ਦੀਆਂ ਜੈਕਟਸ ਨੇ। ਨਾਲ ਹੀ ਮੈਂ ਉਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨ ਤੋਂ ਜਾਣੂ ਕਰਵਾਤਾ ਸੀ, ਕਿਉਂਕਿ ਅਮਰੀਕਾ ਤੋਂ ਅਗਰ ਤੁਸੀਂ ਲੈਵਲ 3 ਜਾਂ 3+ ਲੈ ਕੇ ਜਾਣੀ ਆ, ਤਾਂ ਤੁਹਾਨੂੰ ਯੂਐਸ ਡਿਪਾਰਟਮੈਂਟ ਆਫ ਸਟੇਟ ਦੇ ਅੰਡਰ ਇੱਕ ਸਬ ਡਿਪਾਰਟਮੈਂਟ ਆਉਂਦਾ, ਜਿਹਨੂੰ ਕਹਿੰਦੇ ਇਨਫੋਰਮੇਸ਼ਨ ਸਿਕਿਉਰਿਟੀਜ਼, ਉਹ ਤੋਂ ਪਰਮਿਸ਼ਨ ਲੈ ਕੇ ਜਾਣੀ ਪੈਂਦੀ ਆ। ਤੇ ਮੂਸੇਵਾਲਾ ਸਾਹਿਬ ਨੇ ਮੈਨੂੰ ਦੱਸਿਆ ਸੀ ਕਿ ਜੋ ਉਹਨਾਂ ਦੇ ਦੋਸਤ ਜਿਹਦੀ ਉਹ ਆਡੀਓ ਨੋਟ 'ਚ ਜ਼ਿਕਰ ਕਰ ਰਹੇ ਨੇ, ਉਹ ਅਮਰੀਕਨ ਸਿਟੀਜ਼ਨ ਨੇ। ਉਹ ਜਦ ਮੇਰੇ ਕੋਲ ਕੰਟੈਕਟ ਕਰਨਗੇ ਕਿ ਮੈਂ ਤੁਹਾਨੂੰ ਬਿੱਲ ਕੱਟ ਕੇ ਦੇ ਦੇਵਾਂ। ਮੈਂ ਪਬਲਿਕ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਮੂਸੇਵਾਲਾ ਸਾਹਿਬ ਨੂੰ ਕੁਝ ਵੇਚ ਨਹੀਂ ਸੀ ਰਿਹਾ। ਮੈਂ ਮੂਸੇਵਾਲਾ ਸਾਹਿਬ ਮੇਰੇ ਦੋਸਤ ਸੀ, ਮੈਂ ਫ੍ਰੀ ਦੇਣੀ ਸੀ, ਪਰ ਇੱਕ ਰਿਸਪੌਂਸਿਬਲ ਪਰਸਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀਗਾ ਕਿ ਮੈਂ ਉਹਨਾਂ ਨੂੰ ਸਾਰੇ ਰੂਲਸ ਤੋਂ ਜਾਣੂ ਕਰਾਵਾਂ। ਸੋ ਉਸ ਤੋਂ ਬਾਅਦ ਮੈਂ ਆਪਣਾ ਨੰਬਰ ਦਿੱਤਾ ਸੀ, ਨਾ ਤਾਂ ਉਹਨਾਂ ਦੇ ਕਿਸੇ ਦੋਸਤ ਦਾ ਮੈਨੂੰ ਫੋਨ ਆਇਆ ਤੇ ਨਾ ਉਸ ਤੋਂ ਬਾਅਦ ਮੂਸੇਵਾਲਾ ਸਾਹਿਬ ਨੇ ਕਦੇ ਜ਼ਿਕਰ ਕੀਤਾ। ਤੇ ਜਿਵੇਂ ਕਿ ਆਪਾਂ ਸਾਰੇ ਜਣੇ ਜਾਣਦੇ ਹਾਂ ਕਿ ਕੁਝ ਸਮੇਂ ਬਾਅਦ ਮੂਸੇਵਾਲਾ ਸਾਹਿਬ ਨੂੰ ਗਨਮੈਨ ਇਸ਼ੂ ਹੋ ਗਏ ਤੇ ਮੂਸੇਵਾਲਾ ਸਾਹਿਬ ਬੜੇ ਕੰਫਰਟੇਬਲ ਵੀ ਸੀ। ਤੇ ਇੱਕ ਵਾਰ ਮੈਂ ਮੂਸੇਵਾਲਾ ਸਾਹਿਬ ਨੂੰ ਪੁੱਛਿਆ ਵੀ ਵੀ ਤੁਹਾਨੂੰ ਕਿੰਨੇ ਗਨਮੈਨ ਇਸ਼ੂ ਹੋਏ ਨੇ, ਤਾਂ ਉਸ ਸਮੇਂ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ 8 ਬਾਈ ਨੇਮ ਹੋਏ ਨੇ। ਤਾਂ ਸ਼ਾਇਦ ਉਹਨਾਂ ਕੋਲ 10-12 ਹੋਣ, 8 ਬਾਈ ਨੇਮ ਹੋਣ, 3-4 ਉੱਤੇ ਹੋ ਸਕਦੇ ਨੇ। ਸੋ ਇਹ ਸਾਰੀ ਬਾਕੀ ਬਾਈ ਜੀ ਜਿਹੜੇ ਲੋਕ ਨੇ, ਲੋਕਾਂ ਦਾ ਕੀ ਆ, ਇਹਨਾਂ ਦਾ ਤੁਸੀਂ ਕੁਝ ਵੀ ਕਰ ਲਓ, ਕਿੰਤੂ ਪਰੰਤੂ ਕਰਨਾ ਹੀ ਆ। ਇਹੀ ਉਹ ਲੋਕ ਨੇ ਜਿਨ੍ਹਾਂ ਪਿੱਛੇ ਸਿੱਧੂ ਮੂਸੇਵਾਲਾ ਮਾਨਸੇ 'ਚ ਇਲੈਕਸ਼ਨ ਲੜਿਆ, ਹਰਾਤਾ। ਇਹੀ ਉਹ ਲੋਕ ਸੀ ਜਦ ਉਹਦੇ ਗੋਲੀਆਂ ਵੱਜ ਗਈਆਂ, ਸੈਲਫੀਆਂ ਖਿਚਾ ਰਹੇ ਸੀ। ਸੋ ਲੋਕਾਂ ਦਾ ਤਾਂ ਕੋਈ ਸਟੈਂਡ ਹੈ ਹੀ ਨਹੀਂ। ਅੱਛਾ, ਇੱਕ ਥਿਊਰੀ ਚੱਲ ਰਹੀ ਸੀਗੀ ਮਾਨ ਸਾਹਿਬ ਕਿ ਜੋ ਮੂਸੇਵਾਲਾ ਸਾਹਿਬ ਨੇ ਗੋਲੀਆਂ ਫਾਇਰ ਕੀਤੀਆਂ, ਉਸ ਟਾਈਮ ਤੱਕ ਇਹ ਸੀਗਾ ਕਿ 2 ਗੋਲੀਆਂ ਫਾਇਰ ਕੀਤੀਆਂ, ਪਰ ਜਿੱਥੋਂ ਤੱਕ ਕਿ ਮੈਨੂੰ ਪਤਾ ਔਰ ਮੇਰੀ ਰਿਸਰਚ ਹੈ, ਯੂ ਆਰ ਦਾ ਫਸਟ ਪਰਸਨ ਜਿਨ੍ਹਾਂ ਨੇ ਇਹ ਥਿਊਰੀ ਬ੍ਰੇਕ ਕੀਤੀ ਸੀਗੀ, ਔਰ ਇਸ ਨੂੰ ਬ੍ਰੇਕ ਕਰਕੇ ਇਹ ਦੱਸਿਆ ਸੀਗਾ ਕਿ 2 ਗੋਲੀਆਂ ਨਹੀਂ ਉਹਨਾਂ ਨੇ ਫਾਇਰ ਕੀਤੀਆਂ, ਘੱਟੋ ਘੱਟ 7 ਗੋਲੀਆਂ ਉਹਨਾਂ ਨੇ ਫਾਇਰ ਕੀਤੀਆਂ ਸੀਗੀਆਂ। ਇਹ ਥਿਊਰੀ ਜਿਹੜੀ ਸੀਗੀ ਤੁਸੀਂ ਬਰਸਟ ਕੀਤੀ ਸੀਗੀ। ਇਹ ਥਿਊਰੀ ਕਿਸ ਤਰੀਕੇ ਨਾਲ ਬਰਸਟ ਕੀਤੀ ਸੀਗੀ? ਉਸ ਤੋਂ ਬਾਅਦ ਬਹੁਤ ਸਾਰੇ ਸੀਨੀਅਰ ਪੱਤਰਕਾਰ ਹੋ ਗਏ ਜਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੂੰ ਲੋਕ ਸੁਣਦੇ ਆ, ਉਹਨਾਂ ਲੋਕਾਂ ਨੇ ਵੀ ਇਸ ਚੀਜ਼ ਨੂੰ ਮੰਨਿਆ ਕਿ ਨਹੀਂ 2 ਗੋਲੀਆਂ ਨਹੀਂ ਸੀਗੀਆਂ, ਔਰ ਰੀਸੈਂਟਲੀ ਉਹਨਾਂ ਦੇ ਫਾਦਰ ਸਾਹਿਬ, ਮੂਸੇਵਾਲਾ ਸਾਹਿਬ ਦੇ ਫਾਦਰ ਸਾਹਿਬ ਨੇ ਇਸ ਚੀਜ਼ ਨੂੰ ਕਿਹਾ ਕਿ ਹਾਂ 7 ਗੋਲੀਆਂ ਉਹਨਾਂ ਨੇ ਫਾਇਰ ਕੀਤੀਆਂ ਸੀਗੀਆਂ। ਸੋ ਤੁਸੀਂ ਇਹ ਥਿਊਰੀ ਕਿਸ ਤਰੀਕੇ ਨਾਲ ਬਰਸਟ ਕੀਤੀ? ਦੇਖੋ ਜੀ, ਜਿਹੜੇ ਵੀ ਲੋਕ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਆ, ਮੈਂ ਇਹ ਥਿਊਰੀ ਨੂੰ ਬ੍ਰੇਕ ਕੀਤਾ ਸੀ, ਕਿਉਂਕਿ ਜਦੋਂ ਮੈਂ ਗੌਰ ਨਾਲ ਫੋਟੋ ਦੇਖੀ ਜਿੱਥੇ ਗੋਲੀਆਂ ਵੱਜੀਆਂ ਹੋਈਆਂ ਸੀ, ਅਗਰ ਤੁਸੀਂ
ਉਹ ਥਾਰ ਦੀ ਫੋਟੋ ਦੇਖੋ ਜਿੱਥੇ ਮੂਸੇਵਾਲਾ ਸਾਹਿਬ ਦੀ ਸਾਈਡ ਤੇ 7 ਗੋਲੀਆਂ ਸੈਂਟਰ 'ਚ ਨੇ, 2 ਉੱਪਰ ਨੇ ਤੇ 3 ਰਾਈਟ ਸਾਈਡ ਤੇ ਨੇ। ਤੇ ਜਿਹੜੇ ਮੂਸੇਵਾਲਾ ਸਾਹਿਬ ਕੋਲ ਜਿਹੜਾ ਪਿਸਟਲ ਆ ਉਹ ਇਥਾਕਾ ਕੰਪਨੀ ਦਾ 45 ਬੋਰ ਦਾ ਪਿਸਟਲ ਸੀ ਤੇ ਉਹਦੇ 'ਚ 7 ਗੋਲੀਆਂ ਪੈਂਦੀਆਂ ਸੀ। ਸੋ ਮੈਂ ਪੁੱਛਦਾ ਕਿ ਵਾਟ ਆਰ ਦੀ odds ਕਿ 7 ਗੋਲੀਆਂ ਸੈਂਟਰ 'ਚ ਵੱਜੀਆਂ ਤੇ ਉਹਨਾਂ ਦੇ ਪਿਸਟਲ 'ਚ ਵੀ 7 ਗੋਲੀਆਂ ਪੈਂਦੀਆਂ ਤੇ ਬਿਨਾਂ ਐਕਸਟੈਂਡਡ ਮੈਗ ਤੋਂ। ਸੋ ਦੂਜੀ ਗੱਲ ਇਹ ਆ ਕਿ ਅਗਰ ਤੁਸੀਂ ਜਿਹੜੀਆਂ ਉੱਪਰ ਵਾਲੀਆਂ 2 ਗੋਲੀਆਂ ਨੇ ਮੂਸੇਵਾਲਾ ਸਾਹਿਬ ਦੇ ਸਾਈਡ ਤੇ ਕਨੈਕਟਰ ਸਾਈਡ ਤੇ, ਉਹ ਕ੍ਰਿਸਪ ਦੇ ਕੇਂਦਰ ਨੇ, ਤੇ ਜਿਹੜੀਆਂ ਸੈਂਟਰ ਦੇ ਵਿੱਚ 7 ਗੋਲੀਆਂ ਨੇ ਉੱਥੇ ਵਿੰਡਸ਼ੀਲਡ ਟੁੱਟੀ ਗਈ ਹੈ। ਜਦ ਤੁਸੀਂ ਅੰਦਰੋਂ ਫਾਇਰ ਕਰਦੇ ਹੋ ਤਾਂ ਵਿੰਡਸ਼ੀਲਡ ਟੁੱਟਣ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ ਆ। ਬਾਕੀ ਜਿਵੇਂ ਮੈਂ ਮੂਸੇ ਸਾਹਿਬ ਨਾਲ ਗੱਲ ਕਰਦਾ ਸੀ ਤੇ ਜਿਹੜੇ ਮੂਸੇਵਾਲਾ ਸਾਹਿਬ ਸੀ ਉਹ ਇੱਕ ਹਥਿਆਰਾਂ ਦੀ ਰਿਸਪੈਕਟ ਕਰਦੇ ਸੀ, ਉਹ ਹਥਿਆਰਾਂ ਨੂੰ ਸੀਰੀਅਸ ਲੈਂਦੇ ਸੀ। ਜਿਹੜਾ ਵੀ ਬੰਦਾ ਹਥਿਆਰ ਸੈਲਫ ਡਿਫੈਂਸ ਲਈ ਰੱਖਦਾ ਉਹ ਕਦੇ ਵੀ ਆਪਣੀ ਹਥਿਆਰ 'ਚ 2 ਗੋਲੀਆਂ ਨਹੀਂ ਰੱਖੇਗਾ। ਇਹ ਕਹਿਣ ਦੀਆਂ ਗੱਲਾਂ ਨੇ ਜੀ, ਉਹਨੇ 2 ਦਿਨ ਪਹਿਲਾਂ ਚਲਾਤੇ ਸੀ। ਹੁਣ ਮੇਰੇ ਕੋਲ ਵੀ ਹਥਿਆਰ ਹੁੰਦਾ, ਅਸੀਂ ਵੀ ਰੇਂਜ ਤੇ ਜਾਂਦੇ ਹਾਂ, ਪਰ ਕਦੇ ਵੀ ਜਿਹੜਾ ਵੈਪਨ ਮੇਰਾ ਕੰਸੀਲਡ ਕੈਰੀ ਪਰਮਿਟ ਵੈਪਨ ਹੈਗਾ ਉਹਨੂੰ ਮੈਂ ਹਮੇਸ਼ਾ ਹੀ ਭਰ ਕੇ ਰੱਖਦਾ। ਸੋ ਇਸ ਕਰਕੇ ਇਸ ਟਾਈਮ ਹੈਗਾ ਤੁਹਾਡੇ ਕੋਲ? ਇਸ ਟਾਈਮ ਹੈਗਾ ਭਰਿਆ ਹੋਇਆ ਤੁਸੀਂ? ਹਾਂਜੀ ਹਾਂਜੀ ਬਿਲਕੁਲ ਬਾਈ ਜੀ, ਤੁਹਾਨੂੰ ਮੈਂ ਦਿਖਾ ਵੀ ਦਿੰਦਾ। ਵੈਸੇ ਗਲੌਕ ਕੰਪਨੀ ਦਾ ਦੇਖ ਸਕਦੇ ਹੋ। ਤੇ ਹਮੇਸ਼ਾ ਬਾਈ ਜੀ ਜਿਹੜਾ ਸ਼ਸਤਰ ਆ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੀਦਾ। ਸੋ ਇਹ ਸ਼ਸਤਰ ਦੀ ਰਿਸਪੈਕਟ ਵੀ ਕਰਨੀ ਚਾਹੀਦੀ ਹੈ। ਜਿੱਦਣ ਲੋੜ ਪਏਗਾ ਤੁਹਾਡੀ ਰਿਸਪੈਕਟ ਕਰੇਗਾ। ਅੱਛਾ ਮਾਨ ਸਾਹਿਬ, ਇੱਕ ਚੀਜ਼ ਹੋਰ ਹੈਗੀ ਹੈ, ਮੇਰਾ ਆਖਰੀ ਸਵਾਲ ਹੈ। ਜਦੋਂ ਮੂਸੇਵਾਲਾ ਸਾਹਿਬ ਦੇ ਫਾਦਰ ਸਾਹਿਬ ਦੀ ਅਸੀਂ ਵੀਡੀਓਜ਼ ਦੇਖਦੇ ਹੈਗੇ ਹਾਂ, ਉਹਦੇ ਵਿੱਚ ਇੱਕ ਦਰਦ ਹੈ। ਦਰਦ ਇਹ ਹੈਗਾ ਕਿ ਹਾਲੇ ਤੱਕ ਜੋ ਇਨਸਾਫ ਮਿਲਣਾ ਚਾਹੀਦਾ ਸੀਗਾ ਉਹਨਾਂ ਦੇ ਮੁਤਾਬਕ ਹਾਲੇ ਤੱਕ ਉਹ ਇਨਸਾਫ ਜੋ ਹੈਗਾ ਨਹੀਂ ਮਿਲ ਪਾਇਆ, ਔਰ ਬਹੁਤ ਜਲਦੀ ਉਹ ਸ਼ਾਇਦ ਸੜਕਾਂ ਦਾ ਰੁੱਖ ਕਰਨਗੇ ਔਰ ਸੰਘਰਸ਼ ਕਰਨਗੇ ਉਸ ਨੂੰ ਲੈ ਕੇ। ਤੁਸੀਂ ਬਹੁਤ ਦੂਰ ਬੈਠੇ ਹੋਏ ਹੋ ਔਰ ਤੁਸੀਂ ਕਲੋਜ਼ਲੀ ਐਸੋਸੀਏਟਿਡ ਸੀਗੇ ਮੂਸੇਵਾਲਾ ਸਾਹਿਬ ਦੇ ਨਾਲ। ਤੁਸੀਂ ਜਦੋਂ ਦੂਰ ਬੈਠ ਕੇ ਇਹੋ ਜਿਹੀਆਂ ਭਾਵੁਕ ਵੀਡੀਓਜ਼ ਦੇਖਦੇ ਹੋ ਤਾਂ ਉੱਥੇ ਬੈਠ ਕੇ ਤੁਹਾਡੇ ਜ਼ਿਹਨ ਦੇ ਵਿੱਚ ਕਿੱਦਾਂ ਦੀਆਂ ਗੱਲਾਂ ਆਉਂਦੀਆਂ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਸਰਕਾਰ ਨੂੰ ਕਿ ਮੂਸੇਵਾਲਾ ਸਾਹਿਬ ਦੇ ਫਾਦਰ ਦੀ ਸਿਕਿਉਰਿਟੀ ਡਬਲ ਕੀਤੀ ਜਾਵੇ, ਕਿਉਂਕਿ ਉਹ ਬੜੇ ਬੇਵਾਕੀ ਨਾਲ ਇਹ ਗੈਂਗਸਟਰਸ ਦੇ ਖਿਲਾਫ ਬੋਲ ਰਹੇ ਨੇ। ਇਸ ਸਮੇਂ ਅਗਰ ਕੋਈ ਗੈਂਗਸਟਰਸ ਲਈ ਮੇਨ ਰੋੜਾ ਬਣਿਆ ਹੋਇਆ ਤਾਂ ਉਹ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਬਲਕੌਰ ਸਿੰਘ ਸਿੱਧੂ ਜੀ ਬਣੇ ਹੋਏ ਨੇ। ਮੇਰੀ ਸਰਕਾਰ ਨੂੰ ਰਾਏ ਆ ਕਿ ਇਹਨਾਂ ਨੂੰ 4th ਕਮਾਂਡੋ ਚੋਂ 15 ਬੰਦੇ ਇਸ਼ੂ ਕੀਤੇ ਜਾਣ ਤੇ 47 ਦੀ ਜਗ੍ਹਾ X95 ਇਸ਼ੂ ਕੀਤੀਆਂ ਜਾਣ, ਕਿਉਂਕਿ ਉਹ ਸਮਾਲ ਨੇ ਤੇ ਗੱਡੀ 'ਚ ਮਨੂਵਰ ਕਰ ਸਕਦੇ ਨੇ। ਤੇ ਬਾਕੀ ਮੈਂ ਕਹਿਣਾ ਕਿ ਸਾਰਿਆਂ ਨੂੰ, ਜਿਹੜੇ ਵੀ ਮੂਸੇਵਾਲਾ ਸਾਹਿਬ ਨੂੰ ਪਿਆਰ ਕਰਦੇ ਸੀ, ਸਾਨੂੰ ਸਭ ਨੂੰ ਮਿਲ ਕੇ ਮੂਸੇਵਾਲਾ ਸਾਹਿਬ ਦੇ ਫਾਦਰ ਸਾਹਿਬ ਨਾਲ, ਮਾਤਾ ਜੀ ਨਾਲ ਖੜਨਾ ਚਾਹੀਦਾ। ਜੋ ਵੀ ਉਹ ਆਪਾਂ ਨੂੰ ਗਾਹਾਂ ਪਲਾਨ ਦਿੰਦੇ ਆ ਉਹਨੂੰ ਫੋਲੋ ਕਰਨਾ ਚਾਹੀਦਾ। ਔਰ ਜਿਹੜਾ ਤੁਸੀਂ ਹੁਣ ਜ਼ਿਕਰ ਕੀਤਾ X95 ਰਾਈਫਲਸ ਦਾ, ਇਹਦੇ ਬਾਰੇ ਵੀ ਥੋੜਾ ਦੱਸ ਦਿਓ। ਇਹ ਆਏ ਆ ਜੀ, ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਕੋ ਅਗਰ ਕੋਈ ਸਾਰਿਆਂ ਨਾਲੋਂ ਬੈਸਟ ਵੈਪਨ ਆ ਤਾਂ ਉਹ IWI ਕੰਪਨੀ ਦਾ X95 ਆ। ਇੱਕ ਬੁਲਪਅਪ ਵਰਜਨ ਆ। ਇਹਦੀ ਜਿਹੜੀ ਮੈਗਜ਼ੀਨ ਆ ਉਹ ਟ੍ਰਿਗਰ ਦੇ ਪਿੱਛੇ ਪੈਂਦੀ ਹੈ। ਜ਼ਿਆਦਾਤਰ ਮੈਂ ਇਹ ਪੰਜਾਬ ਪੁਲਿਸ ਦੇ ਕਮਾਂਡੋਜ਼ ਤੋਂ ਦੇਖੇ, ਜਿਵੇਂ 4th ਬਟਾਲੀਅਨ ਕੋਲ ਆ, 13 ਕੋਲ ਆ, CM ਸਿਕਿਉਰਿਟੀ 'ਚ। ਇਹਦੀ ਖਾਸੀਅਤ ਇਹ ਕਿ ਵੈਪਨ ਛੋਟਾ ਤੇ ਇਹਨੂੰ ਅਗਰ ਤੁਸੀਂ ਗੱਡੀ 'ਚ ਬੈਠੇ ਹੋ, ਇਹਦੀ ਛੋਟਾ ਹੋਣ ਕਰਕੇ ਇਹਨੂੰ ਮਨੂਵਰ ਕਰਨਾ ਸੌਖਾ ਤੇ ਫਾਇਰ ਰਿਟਰਨ ਕਰਨੀ ਸੌਖੀ ਹੈ। ਜਿਹੜੀਆਂ 47 ਤੁਸੀਂ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਕੋ ਦੇਖ ਰਹੇ ਹੋ, ਅੰਡਰ ਨੂੰ ਬੱਟ ਫੋਲਡ ਹੁੰਦੇ ਨੇ। ਤੇ ਮੈਂ ਹਮੇਸ਼ਾ ਉਹਦੇ ਦਾ ਬੱਟ ਵੀ ਫੋਲਡ ਨੇ। ਜਾਂ ਮੂਹਰੇੋਂ ਗੋਲੀਆਂ ਚੱਲਣੀਆਂ, ਜਨ ਉਹਨਾਂ ਨੇ ਬੱਟ ਖੋਲਣੇ ਨੇ ਤੇ ਵੈਪਨ ਨੂੰ ਚਾਰਜ ਕਰਨਾ, ਜਾਨੂੰ ਤਾਂ ਅਗਲੇ ਨੇ ਗੋਲੀਆਂ ਮਾਰ ਕੇ ਭੱਜ ਜਾਣਾ। ਸੋ ਜਿਹੜਾ X95 ਇੱਕ ਪਰਫੈਕਟ ਵੈਪਨ ਆ। ਅਗਰ ਮੇਰੀ ਕੋਈ ਵੀ ਬੰਦਾ ਇਹ ਗੱਲ ਸੁਣ ਰਿਹਾ ਜਿਹਦੇ ਕੋਲ ਸਿਕਿਉਰਿਟੀ ਆ, 47 ਆਪਣੀਆਂ ਕਿਰਪਾ ਕਰਕੇ ਵਾਪਸ ਕਰੋ। ਅਗਰ ਸਿਕਿਉਰਿਟੀ ਲਈ ਤੁਸੀਂ ਸੀਰੀਅਸ ਹੋ ਤਾਂ X95 ਰੱਖੋ। ਹੁਣ ਸਾਡੇ ਕੋਲ ਬੜੇ ਵੈਪਨ ਨੇ, ਅਗਰ ਮੈਨੂੰ ਇੱਕ ਵੈਪਨ ਹੀ ਰੱਖਣਾ ਹੋਵੇ ਤਾਂ ਮੈਂ IWI ਕੰਪਨੀ ਦਾ X95 ਰੱਖਾਂ। ਇਹਦੇ 'ਚ ਸੇਮ 10 ਵਾਲਾ ਰਾਉਂਡ ਪੈਂਦਾ। ਬਹੁਤ ਬਹੁਤ ਸ਼ੁਕਰੀਆ ਸਰ, ਤੁਹਾਡਾ ਸ਼ੈਡਿਊਲ ਬਹੁਤ ਬਿਜ਼ੀ ਰਹਿੰਦਾ, ਤੁਸੀਂ ਅਮਰੀਕਾ ਤੋਂ ਸਾਡੇ ਨਾਲ ਜੁੜੇ। ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਥੈਂਕ ਯੂ ਸਰ, ਥੈਂਕ ਯੂ ਜੀ।